ਆਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ ਜਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਭਾਰ। ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਏ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋਤ ਤਰੀ। ਹਰ ਬਿਨ ਅਵਰ ਨਾ ਦੇਖੋ ਕੋਈ। ਹਰ ਬਿਨ ਅਵਰ ਨਾ ਦੇਖੋ ਕੋਈ। ਨਦਰੀ ਹਰ ਨਿਹਾਲਿਆ। ਏ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋ ਧਰੀ। ਹਰ ਬਿਨ ਅਵਰ ਨਾ ਦੇਖੋ ਕੋਈ। ਹਰ ਬਿਨ ਅਵਰ ਨਾ ਦੇਖੋ ਕੋਈ। ਨਦਰੀ ਹਰ ਨਿਹਾਲਿਆ। ਇਹ ਵੀ ਸੰਸਾਰ ਤੁਮ ਦੇਖਦੇ। ਇਹ ਹਰ ਕਾ ਰੂਪ ਹੈ। ਹਰ ਰੂਪ ਨਦਰੀ ਆਇਆ। ਗੁਰ ਪ੍ਰਸਾਦੀ ਬੁਝਿਆ। ਜਾਂ ਵੇਖਾਂ ਹਰ ਇੱਕ ਹੈ। ਹਰ ਬਿਨ ਅਵਰ ਨਾ ਕੋਈ। ਕਹਿ ਨਾਨਕ ਇਹ ਨੇਤਰ ਅੰਧ ਸੇ। ਸਤਿਗੁਰ ਮਿਲਿਐ ਦਿਵ ਦ੍ਰਿਸ਼ਟ ਹੋਇ। ਕਹਿ ਨਾਨਕ ਇਹ ਨੇਤਰ ਅੰਧ ਸੇ। ਸਤਿਗੁਰ ਮਿਲਿਐ ਦਿਵ ਦ੍ਰਿਸ਼ਟ ਹੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਸਾਜੀ ਸਾਧ ਸੰਗਤ ਜੀਓ। ਆਪ ਜੀ ਵਡਭਾਗੇ ਹੋ ਗੁਰੂ ਚਰਨਾਂ ਵਿੱਚ ਬੈਠ ਕੇ ਰੱਬੀ ਬਾਣੀ ਦਾ ਪਰਮ ਆਨੰਦ ਰਸ ਮਾਣ ਰਹੇ ਹੋ। ਸਮਾਂ ਹੈ ਗੁਰਮਤਿ ਵਿਚਾਰਾਂ ਦਾ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ ਆਨੰਦ ਸਾਹਿਬ ਲੜੀਵਾਰ ਤੋਂ ਆਪਾਂ ਵਿਚਾਰ ਸਾਂਝੇ ਕਰ ਰਹੇ ਹਾਂ। ਧੰਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਪਵਿੱਤਰ ਬਚਨਾਂ ਅੰਦਰ ਕਿਰਪਾ ਕੀਤੀ ਹੈ। ਆਪਣੀਆਂ ਅੱਖਾਂ ਨੂੰ ਨੇਤਰਾਂ ਨੂੰ ਸੰਬੋਧਨ ਹੋ ਕੇ ਕਿਰਪਾ ਕਰਦੇ ਨੇ। ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ। ਹਰ ਬਿਨ ਅਵਰ ਨਾ ਦੇਖੋ ਕੋਈ। हे ਮੇਰੀਓ ਅੱਖੀਓ, ਅਕਾਲ ਪੁਰਖ ਪਰਮਾਤਮਾ ਨੇ ਬੜੀ ਕਿਰਪਾ ਕੀਤੀ ਕਿ ਤੁਹਾਡੇ ਅੰਦਰ ਵੇਖਣ ਦੀ ਜਿਹੜੀ ਹੈ ਉਹ ਸ਼ਮਤਾ ਟਿਕਾਈ ਹੈ, ਜੋਤ ਰੱਖੀ ਹੈ ਤੇ ਤੁਸੀਂ ਉਸ ਪਰਮਾਤਮਾ ਦਾ ਉਸ ਪਰਮੇਸ਼ਰ ਦਾ ਦੀਦਾਰ ਕਰੋ। ਹਰ ਬਿਨ ਅਵਰ ਨਾ ਦੇਖੋ ਕੋਈ। ਨਦਰੀ ਹਰ ਨਿਹਾਲਿਆ। ਅਕਾਲ ਪੁਰਖ ਤੋਂ ਬਿਨਾ ਕੋਈ ਹੋਰ ਤੁਹਾਨੂੰ ਇਸ ਸੰਸਾਰ ਵਿੱਚ ਨਜ਼ਰ ਨਾ ਆਵੇ। ਇਹਨਾਂ ਨੇਤਰਾਂ ਨਾਲ ਕੇਵਲ ਉਸ ਹਰੀ ਨੂੰ ਵੇਖੋ, ਉਹਦੇ ਦੀਦਾਰ ਕਰੋ। ਹੁਣ ਦੁਨੀਆ ਦੇ ਅੰਦਰ ਹਰ ਇੱਕ ਮਨੁੱਖ ਦਾ ਵੇਖਣ ਦਾ ਆਪਣਾ ਆਪਣਾ ਨਜ਼ਰੀਆ ਹੈ। ਇਹ ਨੇਤਰ ਮਿਲੇ ਹਨ ਸਾਨੂੰ ਵੇਖਣ ਵਾਸਤੇ।
ਤੇ ਜਿੰਨਾ ਚਿਰ ਇਹਨਾਂ ਨੇਤਰਾਂ ਦੇ ਅੰਦਰ ਜੋਤ ਹੈ, ਆਪਾਂ ਇਹਨਾਂ ਨੇਤਰਾਂ ਦੇ ਨਾਲ ਸੰਸਾਰ ਨੂੰ, ਇਸ ਜਗਤ ਨੂੰ ਵੇਖ ਸਕਦੇ ਹਾਂ। ਪਰ ਇਸ ਜਗਤ ਅੰਦਰ, ਇਸ ਸੰਸਾਰ ਅੰਦਰ ਹਰ ਇੱਕ ਮਨੁੱਖ ਦੀ ਤੱਕਣੀ ਜਿਹੜੀ ਹੈ, ਵੇਖਣੀ ਜਿਹੜੀ ਹੈ, ਦ੍ਰਿਸ਼ਟੀ ਜਿਹੜੀ ਹੈ, ਉਹ ਬਿਲਕੁਲ ਸਭ ਦੀ ਵੱਖਰੀ ਵੱਖਰੀ ਹੈ। ਹੁਣ ਜਦੋਂ ਇੱਕ ਛੋਟਾ ਜਿਹਾ ਬੱਚਾ ਆਕਾਸ਼ ਵਿੱਚ ਚੰਨ ਨੂੰ ਦੇਖਦਾ ਹੈ ਤਾਂ ਉਹਦੇ ਵਾਸਤੇ ਉਹ ਕੇਵਲ ਇੱਕ ਚੰਦ ਮਾਮਾ ਹੈ। ਪਰ ਜਦੋਂ ਉਸੇ ਹੀ ਚੰਨ ਨੂੰ ਇੱਕ ਸਾਇੰਸਦਾਨ, ਵਿਗਿਆਨੀ ਵੇਖਦਾ ਹੈ ਤੇ ਉਹਦਾ ਮੰਨਣਾ ਹੈ ਵੀ ਉਹ ਇੱਕ ਮਿੱਟੀ ਦੀ ਢੇਰੀ ਹੈ। ਹੁਣ ਉਹੀ ਚੰਨ ਜਦੋਂ ਚਕੋਰ ਦੇਖਦਾ ਹੈ ਤੇ ਉਸ ਚਕੋਰ ਨੂੰ ਉਹ ਚੰਨ ਜਿਹੜਾ ਹੈ ਬੜਾ ਹੀ ਪਿਆਰਾ ਲੱਗਦਾ ਹੈ, ਬਹੁਤ ਚੰਗਾ ਲੱਗਦਾ ਹੈ। ਉਹਦੇ ਵਾਸਤੇ ਚੰਨ ਨਾ ਤੇ ਕੋਈ ਮਾਮਾ ਹੈ ਤੇ ਨਾ ਹੀ ਚੰਨ ਮਿੱਟੀ ਦੀ ਢੇਰੀ ਹੈ, ਕਿਉਂਕਿ ਉਹਦੀ ਪ੍ਰੀਤ ਤਾਂ ਚੰਨ ਦੇ ਨਾਲ ਹੈ ਤੇ ਚੰਨ ਤੋਂ ਬਿਨਾਂ ਉਹਦਾ ਜੀਵਨ ਮਨੋਂ ਅਧੂਰਾ ਹੈ। ਉਹ ਚੰਨ ਨੂੰ ਵੇਖੇ ਬਿਨਾਂ ਨਹੀਂ ਰਹਿ ਸਕਦਾ। ਤਾਂ ਸਾਹਿਬ ਕਿਰਪਾ ਕਰਦੇ ਨੇ, ਭਗਤ ਰਵਿਦਾਸ ਸਾਹਿਬ ਜੀ ਨੇ ਵੀ ਜ਼ਿਕਰ ਕੀਤਾ ਹੈ, ਜਾਂ ਤੁਮ ਚੰਨ ਤੋਂ ਹਮ ਭਏ ਹੈ ਚਕੋਰਾ, ਤੇਰੇ ਨਾਲ ਸਾਡੀ ਸਾਂਝ ਪ੍ਰੀਤ ਇਸ ਤਰ੍ਹਾਂ ਹੈ ਜਿਵੇਂ ਚੰਨ ਤੇ ਚਕੋਰ ਦੀ। ਤਾਂ ਜਿਹੜਾ ਚਕੋਰ ਦਾ ਦੇਖਣਾ ਹੈ ਉਹ ਚੰਨ ਵਿੱਚੋਂ ਆਪਣੀ ਪ੍ਰੀਤ ਨੂੰ ਦੇਖਦੀ ਹੈ, ਪਰ ਇੱਕ ਬੱਚੇ ਦਾ ਵੇਖਣਾ ਹੋਰ ਹੈ, ਇੱਕ ਸਾਇੰਸਦਾਨ ਦਾ ਵੇਖਣਾ ਹੋਰ ਹੈ। ਬਸ ਇਸ ਸੰਸਾਰ ਨੂੰ ਜਿਸ ਨੇ ਜਿਸ ਤਰੀਕੇ ਨਾਲ ਵੇਖਿਆ ਉਹਨੂੰ ਸੰਸਾਰ ਉਸ ਤਰ੍ਹਾਂ ਹੀ ਨਜ਼ਰ ਆਇਆ। ਕੋਈ ਇਸ ਸੰਸਾਰ ਨੂੰ ਬਹੁਤ ਚੰਗਾ ਕਹਿ ਰਿਹਾ, ਕਹਿੰਦਾ ਵੀ ਸੰਸਾਰ ਬਹੁਤ ਚੰਗਾ ਹੈ, ਬਹੁਤ ਨੇਕ ਹੈ। ਕੋਈ ਇਸੇ ਸੰਸਾਰ ਨੂੰ ਮਾੜਾ ਕਹਿ ਰਿਹਾ, ਸੰਸਾਰ ਬਹੁਤ ਬੁਰਾ ਹੈ। ਕੋਈ ਇਹ ਕਹਿ ਰਿਹਾ ਵੀ ਸੰਸਾਰ ਦੇ ਵਿੱਚੋਂ ਮੈਨੂੰ ਹਰੀ ਨਜ਼ਰ ਆ ਰਿਹਾ ਹੈ। ਕੋਈ ਕਹਿ ਰਿਹਾ ਵੀ ਇਹ ਸੰਸਾਰ ਨਾਸ਼ਵਾਨ ਹੈ, ਇਹ ਸਦੀਵ ਰਹਿਣ ਵਾਲਾ ਨਹੀਂ, ਇਹ ਨਾਸ਼ਵਾਨ ਹੈ। ਪਰ ਉਸ ਨਾਸ਼ਵਾਨ ਵਿੱਚ ਵੀ ਵਸਦੇ ਹੋਏ ਪਰਮਾਤਮਾ ਨੂੰ ਉਹ ਨਜ਼ਰ ਨਾਲ ਨਹੀਂ ਵੇਖ ਪਾ ਰਿਹਾ ਹੈ, ਇਹ ਸੰਸਾਰ ਵਿੱਚ ਹੀ। ਹੁਣ ਅਕਾਲ ਪੁਰਖ ਪਰਮਾਤਮਾ ਨੂੰ ਕਿਸ ਨੇ ਵੇਖਿਆ? ਉਹਨਾਂ ਨੇ ਵੇਖਿਆ ਜਿਨ੍ਹਾਂ ਨੂੰ ਇਸ ਗੱਲ ਦੀ ਸੋਝੀ ਪ੍ਰਾਪਤ ਹੋ ਗਈ, ਜਿਨ੍ਹਾਂ ਨੂੰ ਇਹ ਚੀਜ਼ ਦੀ ਸਮਝ ਪ੍ਰਾਪਤ ਹੋ ਗਈ। ਗੁਰੂ ਅਮਰਦਾਸ ਪਾਤਸ਼ਾਹ ਆਖਦੇ ਨੇ, ਕੁਝ ਲੋਕਾਂ ਦਾ ਵੇਖਣਾ ਸੰਸਾਰ ਸਿਰਫ ਇੱਕ ਖੇਡ ਹੈ, ਇੱਕ ਨਾਸ਼ਵਾਨ ਸੰਸਾਰ ਨੂੰ ਜਦੋਂ ਵੇਖਦੇ ਨੇ ਤੇ ਉਹਨਾਂ ਦਾ ਮੰਨਣਾ ਸਿਰਫ ਇੰਨਾ ਹੀ ਕਿ ਸੰਸਾਰ ਨਾਸ਼ਵੰਤ ਹੈ। ਪਰ ਕੁਝ ਲੋਕਾਂ ਦਾ ਇਹ ਮੰਨਣਾ ਹੈ ਵੀ ਸੰਸਾਰ ਜਿਹੜਾ ਹੈ ਉਹ ਚੰਗਾ ਹੈ। ਕੋਈ ਕਹਿੰਦਾ ਸੰਸਾਰ ਮੰਦਾ ਹੈ, ਕੋਈ ਕਹਿੰਦਾ ਵੀ ਇਹ ਸੰਸਾਰ ਪਰਮਾਤਮਾ ਦਾ ਰੂਪ ਹੈ। ਜਿਨ੍ਹਾਂ ਨੇ ਅਕਾਲ ਪੁਰਖ ਪਰਮਾਤਮਾ ਨੂੰ ਬੁੱਝ ਲਿਆ, ਜਿਹੜੇ ਉਸ ਅਕਾਲ ਪੁਰਖ ਪਰਮਾਤਮਾ ਵਿੱਚ ਅਭੇਦ ਹੋ ਗਏ, ਫਿਰ ਉਹਨਾਂ ਨੂੰ ਇਹ ਸੰਸਾਰ ਜਿਹੜਾ ਭਾਵੇਂ ਕਿ ਨਾਸ਼ਵੰਤ ਨਜ਼ਰ ਆਇਆ, ਪਰ ਇਸ ਸੰਸਾਰ ਵਿੱਚ ਵਸਦੇ ਹੋਏ ਪਰਮਾਤਮਾ ਪਰਮੇਸ਼ਰ ਨੂੰ ਵੇਖ ਲਿਆ। ਬੇਅੰਤ ਐਸੇ ਮਨੁੱਖ ਹਨ ਜਿਨ੍ਹਾਂ ਦਾ ਨਜ਼ਰੀਆ ਸੰਸਾਰ ਦੇ ਪ੍ਰਤੀ ਅੱਜ ਵੀ ਬਿਲਕੁਲ ਵੱਖਰਾ ਹੈ। ਵੱਖਰਾ ਕਿਵੇਂ ਹੈ? ਉਹ ਇਸ ਸੰਸਾਰ ਦੇ ਵਿੱਚ ਉਸ ਕਰਤੇ ਨੂੰ ਵੇਖਦੇ ਨੇ ਜਿਹਨੇ ਇਸ ਸੰਸਾਰ ਨੂੰ ਰਚਿਆ। ਜੇ ਆਪਾਂ ਗੁਰਬਾਣੀ ਦੀ ਗੱਲ ਕਰੀਏ ਤੇ ਗੁਰਬਾਣੀ ਵਿੱਚ ਬੇਅੰਤ ਹੀ ਐਸੇ ਬਚਨ ਆ ਜਾਂਦੇ ਨੇ। ਭਗਤਾਂ ਨੇ ਸਭ ਤੋਂ ਪਹਿਲਾਂ ਇਸ ਗੱਲ ਨੂੰ ਜਿਹੜਾ ਮਨੁੱਖਤਾ ਦੇ ਸਾਹਮਣੇ ਰੱਖਿਆ ਕਿ ਜੇ ਸੰਸਾਰ ਨੂੰ ਤੁਸੀਂ ਨਾਸ਼ਵੰਤ ਕਹਿ ਰਹੇ ਹੋ, ਜਿਸ ਸੰਸਾਰ ਨੂੰ ਤੁਸੀਂ ਮੰਦਾ ਕਹਿ ਰਹੇ ਹੋ, ਉਸੇ ਹੀ ਸੰਸਾਰ ਦੇ ਵਿੱਚ ਉਸ ਅਕਾਲ ਪੁਰਖ ਪਰਮਾਤਮਾ ਦਾ ਵਾਸਾ ਹੈ। ਉਹ ਅਕਾਲ ਪੁਰਖ ਇਸ ਸੰਸਾਰ ਦੇ ਵਿੱਚ ਹੀ ਵਸਦਾ ਹੈ, ਪਰ ਸਾਨੂੰ ਨਜ਼ਰ ਕਿਉਂ ਨਹੀਂ ਆਉਂਦਾ? ਉਹਦਾ ਇੱਕ ਕਾਰਨ ਹੈ ਕਿ ਆਪਾਂ ਅਗਿਆਨਤਾ ਦੇ ਹਨੇਰੇ ਵਿੱਚ ਜੀਵਨ ਨੂੰ ਬਤੀਤ ਕਰਦੇ ਹਾਂ, ਤੇ ਜਿੰਨਾ ਚਿਰ ਹਨੇਰਾ ਹੋਵੇ ਸਾਨੂੰ ਕੋਈ ਵੀ ਚੀਜ਼ ਪਈ ਹੋਈ ਨਜ਼ਰ ਨਹੀਂ ਆਉਂਦੀ। ਜਦੋਂ ਵੀ ਕਿਸੇ ਚੀਜ਼ ਨੂੰ ਵੇਖਣਾ ਹੈ ਸਾਨੂੰ ਚਾਨਣੇ ਦੀ ਲੋੜ ਪੈਂਦੀ ਹੈ, ਪ੍ਰਕਾਸ਼ ਦੀ ਲੋੜ ਪੈਂਦੀ ਹੈ। ਪਰ ਤੁਸੀਂ ਅਨੁਮਾਨ ਲਾ ਲਵੋ ਵੀ ਜੇ ਪ੍ਰਕਾਸ਼ ਹੋਵੇ ਤੇ ਅੱਖਾਂ ਨਾ ਹੋਣ ਤੇ ਤਾਂ ਵੀ ਅਸੀਂ ਕਿਸੇ ਚੀਜ਼ ਨੂੰ ਵੇਖ ਨਹੀਂ ਸਕਦੇ।
पर अखां होण पर हनेरा होवे तां भी आपां किसी चीज़ नूं वेख नहीं सकते। हाँ, प्रकाश भी होवे, अखां भी होण, पर सानू वो चीज़ भी सामने पई होनी चाहिए जिन्हों आपां वेखना है। भगतां ने कह दिता भी अकाल पुरख परमात्मा संसार विच वसदा है, बल्कि यह भी कह दिता भी वो तेरे बहुत नेड़े है, तेरे अंदर उनका वासा है, तू कभी उन्होंने वेखण का यत्न कर, कोशिश कर भी वो अकाल पुरख तेरे विच ही वसदा है। सतगुर पातशाह जी ने बड़ी कृपा की, मनुख नूं आख्या पहला अज्ञानता का हनेरा अपने जीवन विचों दूर कर, जिदण तेरे जीवन विच ज्ञान का प्रकाश होवेगा तो तेनों पता लगेगा भी अकाल पुरख परमात्मा ते हर थां ते मौजूद है। धन गुरु नानक देव महाराज पातशाह जी ने पूछिए तो साहब आखते ने सब मैं जोत जोत है सोए, इसका चानन सब मैं चानन हुए, गुर साखी जोत प्रगट हुए। पर वो गुरु की सिक्ख्या राही वो जोत जिहड़ी है प्रगट हुंदी है। धन गुरु गुरु अंगद साहब महाराज पातशाह जी ने पूछिया ते धन गुरु गुरु अंगद साहब महाराज पातशाह जी आखते ने भलिया भावें इस संसार के अंदर कह लगे बाहरी तौर पर जे तू प्रकाश की गल करदा है ते जिन्ना मर्जी प्रकाश बाहरी तौर पर पैदा हो जाए, पर जिन्ना चिर तेरे जीवन में ज्ञान का प्रकाश नहीं होता उन्ना चिर तेन जीवन की समझ प्राप्त नहीं होती। कृपा की धन गुरु गुरु अंगद साहब महाराज पातशाह ने जे सो चंदा उगवै सूरज चढ़े हजार, एते चानन होंदिया गुर बिन घोर अंधार। गुरु तो बिना तेरे जीवन में कभी भी चानन नहीं हो सकता, प्रकाश नहीं हो सकता। ते जिन्ना चिर तेरे जीवन में प्रकाश नहीं होता, अज्ञानता का हनेरा दूर नहीं होता, उन्ना चिर तेनों को अकाल पुरख परमात्मा नजर नहीं आ सकता। अकाल पुरख नूं वेखण वास्ते तेनों ज्ञान के नेत्र चाहिए ने, वो नेत्र होर ने जिन्हां नाल अकाल पुरख नूं वेखिया जाता है। साहब बाणी विच आखदे ने भी आ जिहड़े नेत्र ने ना, कह लगे ये नेत्र होर ने, वो नेत्र कोई होर ने जिन्हां नाल अकाल पुरख नूं वेखिया जाता है। जे अगर इन्हां नेत्रां दी गल हुंदी ते सतगुर पातशाह जी फिर बाणी विच जिक्र करते ने कि जिन्हां दे नेत्र नहीं फिर वो तां कदी भी रब नूं वेख ना सकते, कदी भी अकाल पुरख परमात्मा दे दीदार ना कर पाउंदे। साहब आखदे ने अंधे ए ना आखियन जिन मुख लोएण नाहे, अंधे सही नानका खसमो उथे जाए। अन्ने ओ मनुख नहीं जिन्हां दे नेत्र नहीं हैगे, इहो जे मनुख दुनिया में बहुत घट ने जिन्हां दे नेत्र नहीं हैगे, पर इहो जे अन्ने मनुखां दी गिणती बहुत ज़्यादा है जिन्हां कोल नेत्र हन पर जीवन में अज्ञानता ही अज्ञानता है। अज्ञानता का हनेरा इन्ना है कि वह मनुख भरमां ते भुलेखियां में पए हुए उस परम जोत तो बहुत दूर ने। सुनिया एक बार एक मनुख जिहड़ा नेत्रहीन सी, अखां दी जोत नहीं सी, पर वह मनुख जिस नगर में रहिंदा उस नगर के लोग हमेशा ये रब की गल करते सन। हमेशा ही जो रब की गल करनी तो उस नेत्रहीन मनुख ने एक गल करनी, उन्हें आख्या भी कित्थे है विखाओ। जदों भी कोई गल उन्हें करनी भी बाहर रोशनी है चानन है, उन्हें आखना विखाओ कित्थे है सूरज, विखाओ कित्थे है चानन। हुण जिहड़ा नेत्रहीन बंदा है ना, वो असल दे विच जदों भी किसी चीज़ नूं वेखदा है ते वो अपने हत्थां नाल महसूस करके किसी चीज़ नूं जदों भी उन्हें मान लो भी वेखना है तो अपने हत्थां नाल महसूस करके वेखना है, क्योंकि उहदे अखां विच जोत नहीं। हुण उस नेत्रहीन मनुख की इक्को ही दलील होनी बई मैनूं दसो कित्थे है। उन्हें आखना चानन है, वह कहणगे विखाओ कित्थे है। उन्हें आखना हनेरा है, कहणगे विखाओ कित्थे है। नेत्रहीन बंदे नूं हनेरे की भी समझ नहीं, क्योंकि हनेरे नूं वेखण वास्ते भी नेत्रां की लोड़ हुंदी है। उन्होंने नहीं पता भी हनेरे ते चानन विच की फर्क है। उहदे वास्ते तो शायद सारे पासे इक्को जिहा जिहो जिहा उहदे वास्ते वो हनेरा है, उहदे वास्ते संसार जगत भी उस तरह दे। हुण जदों
ਉਹ ਮਨੁੱਖ ਨੇ ਹਰ ਵਾਰ ਇਹ ਗੱਲ ਕਰਨੀ, ਵਿਖਾਓ ਕਿੱਥੇ ਹੈ ਚੰਨ, ਵਿਖਾਓ ਕਿੱਥੇ ਹੈ ਹਵਾ, ਵਿਖਾਓ ਕਿੱਥੇ ਹੈ ਰੋਸ਼ਨੀ, ਕਿੱਥੇ ਹੈ ਸੂਰਜ, ਕਿੱਥੇ ਹੈ। ਉਹਨੇ ਹਮੇਸ਼ਾ ਇਹ ਗੱਲ ਕਰਨੀ। ਤੇ ਪਿੰਡ ਦੇ ਲੋਕ ਜਿਹੜੇ ਹਨ ਉਹ ਹਮੇਸ਼ਾ ਉਹਦੇ ਨਾਲ ਬਹੁਤ ਬਹਿਸ ਕਰਿਆ ਕਰਦੇ ਸਨ। ਇੱਕ ਦਿਨ ਨਗਰ ਦੇ ਵਿੱਚ ਇੱਕ ਰੱਬੀ ਦਰਵੇਸ਼ ਆਇਆ, ਰੱਬ ਦਾ ਕੋਈ ਪਿਆਰਾ ਆਇਆ। ਜਦੋਂ ਆਇਆ ਤੇ ਲੋਕਾਂ ਨੇ ਉਹਦੇ ਨਾਲ ਗੱਲਬਾਤ ਕੀਤੀ। ਉਹਨੇ ਆਖਿਆ, ਸਾਡੇ ਨਗਰ ਵਿੱਚ ਇੱਕ ਨੇਤਰਹੀਣ ਬੰਦਾ ਰਹਿੰਦਾ, ਜਿਹਦੇ ਅੱਖਾਂ ਦੀ ਜੋਤ ਨਹੀਂ। ਹੁਣ ਉਹ ਮਨੁੱਖ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਰੱਬ ਦੀ, ਤੇ ਉਹ ਕਹਿੰਦਾ ਵੀ ਵਿਖਾਓ ਕਿੱਥੇ ਹੈ। ਜਦੋਂ ਆਪਾਂ ਗੱਲ ਕਰਦੇ ਹਾਂ ਚਾਨਣ ਦੀ, ਤੇ ਉਹ ਕਹਿੰਦਾ ਵਿਖਾਓ ਕਿੱਥੇ ਹੈ। ਤੇ ਅਕਸਰ ਅਸੀਂ ਹਾਰ ਜਾਂਦੇ ਹਾਂ, ਕਿਉਂਕਿ ਉਹਦੀਆਂ ਦਲੀਲਾਂ ਅੱਗੇ ਸਾਡੀ ਕੋਈ ਵੀ ਵਿਚਾਰ ਕੰਮ ਨਹੀਂ ਕਰਦੀ। ਤੇ ਉਸ ਰੱਬ ਦੇ ਪਿਆਰੇ ਦਰਵੇਸ਼ ਨੇ ਇੱਕ ਗੱਲ ਆਖੀ, ਕਹਿਣ ਲੱਗਾ, ਅਜੇ ਇਹਨੂੰ ਵਿਚਾਰ ਜਾਂ ਗਿਆਨ ਦੀ ਲੋੜ ਨਹੀਂ, ਅਜੇ ਇਹਨੂੰ ਕਿਸੇ ਚੰਗੇ ਵੈਦ ਦੀ ਲੋੜ ਹੈ, ਡਾਕਟਰ ਦੀ ਲੋੜ ਹੈ। ਇਹਦੀਆਂ ਅੱਖਾਂ ਦਾ ਪਹਿਲਾਂ ਇਲਾਜ ਕਰਵਾਓ। ਜਿੱਦਣ ਇਹਦੀਆਂ ਅੱਖਾਂ ਦਾ ਇਲਾਜ ਹੋਵੇਗਾ ਫਿਰ ਉਦਣ ਇਹਨੂੰ ਲੈ ਕੇ ਆਇਓ। ਹੁਣ ਉਹਨੂੰ ਵੈਦ ਕੋਲ ਲਿਜਾਇਆ ਗਿਆ, ਉਹਦੀਆਂ ਅੱਖਾਂ ਦਾ ਇਲਾਜ ਹੋਇਆ। ਜਦੋਂ ਅੱਖਾਂ ਦੀ ਜੋਤ ਵਾਪਸ ਆਈ, ਹੁਣ ਉਹੀ ਮਨੁੱਖ ਇਹ ਮੰਨਣ ਲਈ ਤਿਆਰ ਹੋ ਗਿਆ ਵੀ ਵਾਕਿਆ ਹੀ ਰੌਸ਼ਨੀ ਚਾਨਣ ਹੁੰਦਾ ਹੈ। ਉਹ ਮੰਨਣ ਲਈ ਤਿਆਰ ਹੋ ਗਿਆ ਵੀ ਵਾਕਿਆ ਹੀ ਆਕਾਸ਼ ਵਿੱਚ ਇੱਕ ਸੂਰਜ ਵੀ ਹੈ, ਚੰਨ ਵੀ ਹੈ, ਤਾਰੇ ਵੀ ਨੇ। ਉਹ ਮੰਨਣ ਲਈ ਤਿਆਰ ਹੋ ਗਿਆ ਵੀ ਵਾਕਿਆ ਹੀ ਸੰਸਾਰ ਦੇ ਅੰਦਰ ਹਰ ਇੱਕ ਚੀਜ਼ ਹੈ, ਪਰ ਉਹਨੂੰ ਨਜ਼ਰ ਕਿਉਂ ਨਹੀਂ ਆਉਂਦੀ? ਕਿਉਂਕਿ ਉਹ ਨੇਤਰਹੀਣ, ਨੇਤਰਾਂ ਦੀ ਜੋਤ ਨਾ ਹੋਣ ਕਾਰਨ ਵੇਖ ਨਹੀਂ ਸੀ ਪਾ ਰਿਹਾ। ਹੁਣ ਉਹੀ ਮਨੁੱਖ ਰੱਬ ਤੇ ਵੀ ਵਿਸ਼ਵਾਸ ਕਰਨ ਲੱਗ ਗਿਆ, ਜਿਹੜਾ ਪਹਿਲਾਂ ਇਹ ਸਵੀਕਾਰ ਨਹੀਂ ਸੀ ਕਰਦਾ ਵੀ ਚਾਨਣ ਪ੍ਰਕਾਸ਼ ਨਹੀਂ, ਹੁਣ ਉਹ ਮੰਨਦਾ ਵੀ ਰੱਬ ਵੀ ਹੈ। ਇਹਦਾ ਕਾਰਨ ਇਹ ਵੀ ਜਿੰਨਾ ਚਿਰ ਅਸੀਂ ਅਗਿਆਨਤਾ ਦੇ ਹਨੇਰੇ ਵਿੱਚ ਰਹਿੰਦੇ ਹਾਂ, ਅਸੀਂ ਇਹ ਕਦੀ ਵੀ ਸਵੀਕਾਰ ਨਹੀਂ ਕਰਦੇ ਵੀ ਪਰਮਾਤਮਾ ਹੈ। ਭਾਵੇਂ ਕਿ ਅਸੀਂ ਉੱਤੋਂ ਕਹੀ ਜਾਈਏ ਵੀ ਰੱਬ ਹੈ। ਜੇ ਆਪਾਂ ਇਹ ਗੱਲ ਸਵੀਕਾਰ ਕਰ ਲਈਏ ਵੀ ਰੱਬ ਹੈ ਤੇ ਹਰ ਥਾਂ ਤੇ ਹੈ, ਤੇ ਫਿਰ ਮਨੁੱਖਤਾ ਦੇ ਅੰਦਰ ਜਿੰਨੇ ਬੁਰੇ ਮਨੁੱਖ ਕੰਮ ਕਰਦਾ ਹੈ ਉਹਨਾਂ ਕੰਮਾਂ ਨੂੰ ਛੱਡਣਾ ਪਵੇਗਾ। ਹਾਲੇ ਮਨੁੱਖ ਉੱਤੋਂ ਕਹਿ ਰਿਹਾ ਹੁੰਦਾ ਵੀ ਰੱਬ ਹੈ, ਪਰਮੇਸ਼ਰ ਹੈ, ਹਰ ਥਾਂ ਤੇ ਹੈ, ਇਹ ਮੰਨਦਾ ਹੈ। ਪਰ ਜਿੱਦਣ ਇਹਨੂੰ ਗਿਆਨ ਹੋਇਆ ਫਿਰ ਉਦਣ ਇਹ ਮਨੁੱਖ ਕਦੀ ਵੀ ਪਾਪ ਨਹੀਂ ਕਰੇਗਾ, ਉਦਣ ਇਹ ਮਨੁੱਖ ਕੋਈ ਵੀ ਗੁਨਾਹ ਨਹੀਂ ਕਰੇਗਾ, ਕਿਸੇ ਦਾ ਹੱਕ ਨਹੀਂ ਮਾਰੇਗਾ, ਠੱਗੀਆਂ ਨਹੀਂ ਕਰੇਗਾ, ਮਾੜੇ ਕੰਮਾਂ ਵਾਲੇ ਪਾਸੇ ਨਹੀਂ ਜਾਵੇਗਾ, ਕਿਉਂਕਿ ਉਹਨੂੰ ਪਤਾ ਹੋਵੇਗਾ ਵੀ ਇੱਥੇ ਵੀ ਰੱਬ ਹੈ, ਇੱਥੇ ਵੀ ਪਰਮੇਸ਼ਰ ਦਾ ਵਾਸ ਹੈ। ਜਿੱਦਣ ਇਹ ਗੱਲ ਦੀ ਸਮਝ ਆ ਗਈ ਨਾ ਵੀ ਹਰ ਥਾਂ ਤੇ ਪਰਮਾਤਮਾ ਮੌਜੂਦ ਹੈ। ਮਹਾਰਾਜ ਤੇ ਬਾਣੀ ਵਿੱਚ ਆਖਦੇ ਨੇ, ਜੈ ਜੈ ਭੇਖੂ ਤੈ ਹਜ਼ੂਰ, ਦੂਰ ਕਥੋਂ ਨਾ ਜਾਈ। ਮੈਂ ਤੇ ਜਿੱਧਰ ਵੇਖ ਰਿਹਾ ਮੈਨੂੰ ਰੱਬ ਨਜ਼ਰ ਆ ਰਿਹਾ, ਹਰ ਥਾਂ ਤੇ ਨਜ਼ਰ ਆ ਰਿਹਾ। ਤੇ ਸਤਿਗੁਰੂ ਪਾਤਸ਼ਾਹ ਜੀ ਬਾਣੀ ਵਿੱਚ ਵੀ ਆਖਦੇ ਨੇ, ਕਹਿ ਲੱਗੇ, ਸਦ ਸੁਣਦਾ ਸਦ ਵੇਖਦਾ ਸ਼ਬਦ ਰਿਹਾ ਭਰਪੂਰ। ਪਰਮਾਤਮਾ ਸਦਾ ਹੀ ਤੈਨੂੰ ਸੁਣ ਵੀ ਰਿਹਾ ਤੇ ਸਦਾ ਹੀ ਤੈਨੂੰ ਵੇਖ ਵੀ ਰਿਹਾ, ਉਹ ਤੇਰੇ ਤੋਂ ਦੂਰ ਨਹੀਂ। ਜਦੋਂ ਭਗਤਾਂ ਨੇ ਇਸ ਗੱਲ ਦੀ ਵਿਚਾਰ ਮਨੁੱਖਤਾ ਅੱਗੇ ਰੱਖੀ ਸੀ ਨਾ, ਸਭ ਤੋਂ ਜ਼ਿਆਦਾ ਵਿਰੋਧ ਭਗਤਾਂ ਦਾ ਉਦੋਂ ਹੋਇਆ ਸੀ। ਇਹਦਾ ਕਾਰਨ ਇਹ ਸੀ, ਜਿਹੜੇ ਚਲਾਕ ਮਨੁੱਖ ਸਨ ਉਹ ਨਹੀਂ ਸਨ ਚਾਹੁੰਦੇ ਵੀ ਮਨੁੱਖ ਰੱਬ ਦੇ ਨੇੜੇ ਹੋਵੇ, ਕਿਉਂਕਿ ਉਹਨਾਂ ਨੂੰ ਸੀ ਵੀ ਜੇ ਮਨੁੱਖ ਦਾ ਰੱਬ ਨਾਲ ਸਿੱਧਾ ਕੰਟੈਕਟ ਹੋ ਗਿਆ, ਜੇ ਸਿੱਧਾ ਮਨੁੱਖ ਰੱਬ ਵਿੱਚ ਭੇਦ ਹੋ ਗਿਆ, ਤੇ ਜੇ ਇਹਨੂੰ ਸਮਝ ਲੱਗ ਗਈ ਵੀ ਰੱਬ ਹਰ ਥਾਂ ਤੇ ਮੌਜੂਦ ਹੈ, ਤਾਂ ਫਿਰ ਮੇਰੀ ਗੱਲ ਕੌਣ ਸੁਣੇਗਾ, ਮੇਰੀ ਗੱਲ ਕੌਣ ਮੰਨੇਗਾ, ਮੇਰੇ ਕੋਲ ਕੌਣ ਆਵੇਗਾ। ਤਾਂ ਉਹਨੇ ਬੜੀ ਚਲਾਕੀ ਦੇ ਨਾਲ ਮਨੁੱਖਤਾ ਨੂੰ ਗੁੰਮਰਾਹ ਕੀਤਾ। ਕਿਸੇ ਨੇ ਕਹਿ ਦਿੱਤਾ ਵੀ ਰੱਬ ਸਿਰਫ ਮੱਕੇ ਵਿੱਚ ਹੈ, ਕਿਸੇ ਨੇ ਕਿਹਾ ਵੀ ਰੱਬ ਜਿਹੜਾ ਪੱਛਮ ਵਾਲੇ ਪਾਸੇ ਰਹਿੰਦਾ ਹੈ, ਕਿਸੇ ਨੇ ਆਖਿਆ ਰੱਬ ਪਹਾੜਾਂ ਤੇ ਜੰਗਲਾਂ ਵਿੱਚ ਹੈ। ਪਰ ਨਹੀਂ, ਜਿਹੜੇ ਗੁਰੂ ਸਾਹਿਬਾਨ ਹੋਏ ਨੇ, ਭਗਤ ਸਾਹਿਬਾਨ ਹੋਏ ਨੇ, ਉਹਨਾਂ ਨੇ ਆਖਿਆ ਨਹੀਂ, ਰੱਬ ਤਾਂ ਹਰ ਜ਼ਰਰੇ ਜ਼ਰਰੇ ਵਿੱਚ ਹੈ, ਹਰ ਕੋਨੇ ਹਰ ਥਾਂ ਤੇ ਹੈ। ਕੋਈ ਐਸੀ ਥਾਂ ਨਹੀਂ, ਕੋਈ ਐਸਾ ਟਿਕਾਣਾ ਨਹੀਂ
जिथे रब का वास नहीं है। हुण इत्थे एक बड़ी वड्डी समस्या खड़ी होंदी सी उन्हां लोकां वास्ते जिहड़े लोग माड़े काम करदे सी। हुण जदों उन्हां नूं इस गल दा पता लग्या, इस करके जिहड़ा माड़े कर्म बुरे काम करन वाला मनुख है ना, वो जिहड़ा असल दे विच बाणी नूं सिर्फ उत्तों उत्तों सुणदा है। वो कदी बाणी नूं अपने जीवन दे विच अपनाउण दा यतन नहीं करदा। क्यों? उहनूं पता है भी जे मैं बाणी नूं अपना लिया तो मैनू फिर सारे ये राह छड्डने पैणे ने जिहड़े अजे तक मैं धारण कीते, जिन्हां राहां ते मैं तुर रहा हूं, इन्हां राहां नूं छड्डना पवेगा। तां ही ये कारण है कि कई सज्जनां नूं ये गल आखी भी अमृत छक लो, कोई ये जवाब हुंदा है भी जदों किरपा होवेगी छक लवां। क्यों? उन्हां नूं पता है भी जदों असीं गुरु दे चरनां नाल जुड़ना आ, बाणी नाल जुड़ना है, ते बाणी ने सानू बहुत कुछ समझाउणा है। गुरबाणी ने सानू ये गल समझा देनी है कि भी जिथे भी तू जाना है रब दा उत्थे ही वस है। गुरबाणी ने गल समझा देनी है भी वो सदा वेखदा है, सदा ही सुनदा है, ते तू ये ना समझी भी शायद इत्थे मैनू कोई वेख नहीं रहा। एक बार एक रबी फकीर दे कोल 3 चेले सन, ते उन्हें अपने चेलियां नूं बड़ी धर्म की सिक्ख्या दी, ज्ञान दिता। जदों बहुत लंबा समा बतीत होया ते उन्हें उन्हां दी परीक्षा लैण दी मन विच विचार की। परीक्षा उन्हें किस तरीके नाल लई? उन्हें आख्या भी आ 3 कबूतर ने, उन्हें इन्हां तिन्नां नूं कहण लगे तुसीं वख-वख दिशावां विच लैके जाओ। हुण एक कबूतरां नूं उत्थे खत्म करियो जिथे तुहानूं कोई ना वेखदा होवे, जिथे तुहानूं कोई भी ना वेख रहा होवे उत्थे खत्म करियो। हुण वख-वख दिशावां च लैके एक तो बिल्कुल आश्रम दे पिछले पासे लैके गया, खत्म करके लै आया, कहण लगा जी मैनूं ते किसी ने वेखिया नहीं। हुण दूसरा गया, वो जंगल दे विच गया, उन्हें झाती मारी, इधर सज्जे खब्बे मारी, नज़र मारी, वेखिया कहण कोई नहीं वेखदा, तां उन्हें उस वेले खत्म करके आया, कहण लगा जी मैं दूर जंगल विच गया जिथे कोई नहीं वेखदा। जिहड़ा तीसरा सी, हुण उन्हें जदों वेखिया भी जे मैं किसी जंगल में जाना आ, हो सकता कोई पंछी कोई जीव, क्योंकि मेरे गुरु ने उस्ताद ने गल आखी है भी तू इनू उत्थे खत्म करना जिथे तेन कोई भी ना वेखे। हुण वो जदों लैके गया जंगल में, उन्हें आख्या भी हो सकता कोई जानवर वेखदा होवे, कोई पंछी वेखदा होवे। तां उन्हें की कीता, एक थले धरती दे विच गुफा उहदे विच चला गया। जदों उत्थे गया उन्हें नज़र मारी, कहने लगा इत्थे कोई नहीं वेखदा। फिर उन्हें एक पल वास्ते समझिया कि जे असल दे विच बाहरी तौर पर कोई नहीं वेख रहा, पर इनू असल दे विच मैं ते वेख रहा हूं, पर मेरे गुरु ने आख्या सी भी कोई भी ना वेखदा होवे पर मैं तो वेख रहा वा ना। तो उन्हें अपनी अखां ते पट्टी बन ली। फिर उहदे अगले पल मन में ख्याल आया कि मैं नहीं वेख रहा, ते सामने वो जिहड़ा जीव है जिन्होंने खत्म करना है वो तो वेख रहा। उन्हें उहदियां भी अखां ते हथ रख लिया ते लगा खत्म करन, ते अगले पल ख्याल आया गुरु ने यह भी गल आखी सी भी खुदा हर थां ते हर जर्रे विच है ते वो हर थां ते वेखदा है। बस जदों ये गल चेते विच आ गई, बस उन्हें उस जीव को खत्म नहीं किया ते वापस लैके आ गया। ते उन्हें आख्या उस्ताद ने भी तू इस नूं खत्म क्यों नहीं किया, बाकी दो ते करके लए। वो कहता भी मैं इस करके नहीं किया क्योंकि मैनू खुदा वेख रहा सी। उन्हें आख्या बस तू परीक्षा विचों पास हो गया। जिस दिन सानू ये गल महसूस होगी बाणी पढ़दे होया भी सानू खुदा हर थां ते वेख रहा है, आपां फिर उदों माड़े कम्मां तो तौबा करांगे, साडा वेखण दा नज़रिया बदल जाएगा। फिर उदों असीं मनुखता नूं माड़ा नहीं कहांगे, उदों मनुखता नूं फिर चंगा कहांगे। उधर फिर पता लगेगा मंदा जाने आप तो अवर भला संसार, भी सारा संसार चंगा है, माड़ा ते असल विच मैं सां क्योंकि मेरा वेखण दा नज़रिया ही माड़ा सी। हम नहीं चंगे बुरा नहीं कोई, ये नज़रिया किदन साडा बनेगा। अजे तक तो आप कहने मैं ही चंगा दुनिया में, बाकी सारे बुरे ने। चंगा है ही मैं, बाकी सब बुरे ने, कोई भी चंगा नहीं। पर यह नज़रिया किदन बनेगा।
सच ये है वेखण वालियां ने गुरु नानक साहब ने माड़ा कह दिता। उन्होंने आ दिता कह लगे भी ये भूतना ये बेताला है ये आदमी। वेखण वालियां का नजरिया गुरु अर्जन साहब जी ने तत्ती तवी ते बिठा रहे हैं। वेखो एक वेखण वाला जहांगीर है, वेख हो भी रहा है पर उनके वेखण विच कितना फर्क है। पर एक पासे साईं मियां मीर जी ने वो वेख रहे हैं, उन्हों का वेखण का नजरिया वेखो किहो जिहा। औरंगजेब भी इस संसार को वेख रहा है पर एक पासे गुरु गोबिंद सिंह महाराज पातशाह जी भी संसार को वेख रहे। वेखण का कितना नजर अंतर है, कितना फर्क है। भाई गुरदास जी ने एक बचन किया, कहने बाबा देखे ध्यान धर जलती सब पृथ्वी दिस आई। हुण गुरु नानक साहब जो संसार को वेखते हैं उन्होंने हर एक मनुख लोड़वंद नजर आता है, दुखी नजर आता है, परेशान नजर आता है। तो गुरु नानक साहब मनुख की परेशानी मनुख के दुखों को दूर करने वास्ते तुरते। असी जदों वेखने संसार वाल तो उदों संसार दे विच सानू सिर्फ उन्ने को लोग दुखी नजर आते हैं जिन्हां नाल साडा रिलेशन है, जिन्हां नाल संबंध है। पर महाराज पातशाह आते ने जिदण तू गुरबाणी की विचार नाल जुड़ेगा उदण फिर तेन मनुखता दे विचों वो अकाल पुरख नजर आएगा। फिर तेन पता लगेगा भी दुनिया दे विच कोई भी माड़ा कोई भी बुरा नहीं। किसी अदीब ने बड़े प्यारे बोल लिखे ने, वो कहता जब लग न थी अपने गुनाहों की खबर तो दुनिया में देखते थे ऐबो हुनर, जब पड़ी अपने ही गुनाहों पे नजर तो दुनिया में कोई भी बुरा ना रहा। जिदन अपने अंदर झाती मारांगे, बाबा फरीद जी आखते ने मैं भी थोड़ा जिहा जिदन ज्ञान हासिल कर लिया, सच यह जिदन चार को किताबां मनुख पढ़ लेंदा फिर विद्वान बनता कि इन्हां दुनिया नूं सवारन चलीए। पर वह मनुख कभी अपने अंदर झाती मार के वेखे। साहब आखते ने बाबा फरीद जी आखते ने कभी मैनू भी इस गल का इल्म हो गया भी लोगों को सवारन जावां ते मैं घरों तुरिया, जिदन तुरिया तो राह विच कहण लगे मैनू खुदा मिलिया। आखे फरीद किधर तुर चलिया? कहण लगे मैं लोगों को सवारन चलिया। कहण लगे अपने आप को सवार लई। कहण लगे जदों अपने अंदर झाती मारी फिर पता लग्या भी अजे तो बड़े माड़े लेख लिख रहा, अजे तो मैं अपने अंदर झाती मार के वेखिया तो मैनू पता लग्या भी किन्ने माड़े लेख मैं लिख रहा वा ते किन्ने लिखे हुए ने। अजे तो मैं उन्होंने अपने जीवन विचों बाहर नहीं किया तो फिर अजे मनुखता को मैं की सवार। तो बाबा फरीद जी आदि ने कह लगे उदों मैनू इस गल की समझ लगी, आप सवार मैं मिलै, मैं मिलिया सुख होए फरीदा जे तू मेरा होए रहा सब जग मेरा सब जग तेरा। कह लगे उधर इस गल की समझ लग गई कि संसार के अंदर जे किसी को सवारना है तो पहला अपने आप को सवार। इस करके पहला अपने अंदर झाती मार, अपनी गिरवान में झाती मार, अपने आप को वेख, पहला अपने आप को वेखना शुरू कर। फिर जो तेन अपने विचों मालिक नजर आएगा फिर तेन मनुखता विचों भी नजर आएगा। गुरु अमरदास पातशाह आखते ने ए नेत्रो मेरे हो हर तुम में जोत धरी हर बिन अवर न देखो कोई। परमात्मा ने जे जोत टकाई है तो उस हरि तो बिना फिर होर किसी ना वेखो। हर बिन अवर न देखो कोई नदरी हर निहालिया। कह लगे जदों मनुख नूं इस गल की समझ गुरु दे राही पता लगदी कि भी उस अकाल पुरख परमात्मा तो किसी होर नूं ना वेखो। ये जो रब ने तुहानूं नेत्र दिते ने इन्हां विच जोत टकाई है ये हरि परमात्मा नूं वेखण वास्ते। साहब आदि ने यह विश्व संसार तुम देखते हो हर का रूप है हर रूप नजरी है। जेड़ा सारा संसार है विश्व ये विश्व जेड़ा है संसार जेड़ा है ये सारा हरि का रूप है जिन्हों आप वेखते हैं। साहब आखते ने ये सारे विच अकाल पुरख का ही वस है। पर जिदन तेरा नजरिया वेखण का बदलेगा, जिदन तू गुरु के ज्ञान राही वेखण का यत्न करेगा पता लगेगा ये सारे संसार विच परमात्मा है। गुर प्रसादी बुझिया जा वेखा हर एक है हर बिन अवर न कोई। गुरु के राही इस गल की समझ मैनू प्राप्त हुई कि बई जदों भी हुण मैं वेखदा हाँ मैनू हरि तो बिना होर कोई नजर नहीं आता। भाव हरि का ही वासा है, अकाल पुरख का ही वासा है। कह नानक ए नेत्र अंध से सतगुर मिलिए दिव दृष्ट हुई। नानक जी आखते हैं जिदन मनुख गुरु तो बिना जीवन बतीत करता है उदन असल दे विच उहदा जीवन अज्ञानता विच अन्य पुरखा वर्गा हुंदा है। पर जिदन वो गुरु दे राही वेखण दा यत्न करदा है जीवन विच प्रकाश हुंदा है। सच यह उदन वो संसार नूं किसी होर तरीके नाल वेखदा है।
ਭਗਤ ਸਾਹਿਬਾਨ ਬਾਣੀ ਵਿੱਚ ਕਿਰਪਾ ਕਰਦੇ ਨੇ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਹੁਣ ਉਹ ਪਰਮਾਤਮਾ ਨੂੰ ਵੇਖਦੇ ਨੇ, ਪਰ ਸਾਰੇ ਪਾਸੇ ਉਹਨਾਂ ਨੂੰ ਪਰਮਾਤਮਾ ਨਜ਼ਰ ਆਉਂਦਾ ਹੈ। ਗੁਰੂ ਕਿਰਪਾ ਕਰੇ ਇਸ ਮਨੁੱਖਤਾ ਵਿੱਚੋਂ, ਇਸ ਖਲਕਤ ਵਿੱਚੋਂ, ਇਸ ਕਾਇਨਾਤ ਵਿੱਚੋਂ ਅਸੀਂ ਉਸ ਇੱਕ ਅਕਾਲ ਪੁਰਖ ਪਰਮਾਤਮਾ ਨੂੰ ਵੇਖ ਸਕੀਏ। ਸਾਡਾ ਨਜ਼ਰੀਆ ਬਦਲੇ, ਸਾਡੀ ਸੋਚ ਬਦਲੇ, ਸਾਡੀ ਵੇਖਣ ਦੀ ਜਿਹੜੀ ਵੇਖਣ ਦੀ ਸਾਡੀ ਸਮਰੱਥਾ ਉਹ ਬਦਲੇ। ਆਪਾਂ ਜਿਸ ਤਰੀਕੇ ਨਾਲ ਸੰਸਾਰ ਨੂੰ ਵੇਖਦੇ ਹਾਂ ਉਹ ਜਿਹੜਾ ਤਰੀਕਾ ਉਹਨੂੰ ਆਪਾਂ ਬਦਲੀਏ ਤੇ ਗੁਰੂ ਦੇ ਰਾਹੀਂ ਆਪਾਂ ਸੰਸਾਰ ਵਿੱਚੋਂ ਚੰਗਾ ਵੇਖਣ ਦਾ ਯਤਨ ਕਰੀਏ, ਤਾਂ ਜੋ ਸਾਡਾ ਸਾਰਿਆਂ ਦਾ ਜੀਵਨ ਸਫਲਾ ਹੋਵੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।